ਸਰੀਰ ਦੀ ਕੋਈ ਬਿਮਾਰੀ ਹੋਵੇ, ਸ਼ੂਗਰ ਹੋਵੇ, ਬਲੱਡ ਪ੍ਰੈਸ਼ਰ ਹੋਵੇ, ਕੋਲੈਸਟਰੋਲ ਹੋਵੇ, ਮੋਟਾਪਾ ਹੋਵੇ, ਵਾਲ ਝੜਦੇ ਹੋਣ, ਔਰ ਅਸੀਂ ਹਰ ਬਿਮਾਰੀ ਦਾ ਇਲਾਜ ਹਰ ਇੱਕ ਦੀ ਦਵਾਈ ਦਿੰਦੇ। ਦਵਾਈ ਤੁਹਾਨੂੰ ਘਰ ਬੈਠੇ ਮਿਲਦੀ ਹੈ। ਭਾਵੇਂ ਅਸੀਂ ਗੱਲ ਕਰੀਏ ਮਰਦਾਨਾ ਤਾਕਤ ਦੀ, ਜਿਹੜਾ ਸਾਨੂੰ 100% ਰਿਜ਼ਲਟ ਆਲ ਓਵਰ ਦੀ ਵਰਲਡ ਮਿਲਦਾ ਹੈ। ਮੇਰੇ ਕਹਿਣ ਦਾ ਭਾਵ, ਜੇ ਮਰਦਾਨਾ ਤਾਕਤ ਦੀ ਗੱਲ ਕਰੀਏ, ਉਹਦਾ ਵੀ ਕਈ ਵਾਰੀ ਨਾ ਮਰਦਾਨਗੀ ਦਾ ਕਾਰਨ ਆਲਸੋ ਵਨ ਆਫ ਦਾ ਰੀਜ਼ਨ ਇਜ਼ ਸਟ੍ਰੈਸ। ਵੀ ਕਬਜ਼ ਕਈ ਬਿਮਾਰੀਆਂ ਦੀ ਜੜ ਹੈ, ਇਸੇ ਤਰ੍ਹਾਂ ਮੋਟਾਪਾ 100 ਬਿਮਾਰੀਆਂ ਦੀ ਜੜ ਹੈ। ਪਰ ਸੱਚ ਪੁੱਛੋ ਤੇ ਜਿੰਨੀਆਂ ਬਿਮਾਰੀਆਂ ਦੇ ਮੈਂ ਨਾਮ ਲਿੱਤੇ, ਉਹਨਾਂ ਚੋਂ ਇੱਕ ਕਾਰਨ ਬਹੁਤ ਵੱਡਾ ਸਟ੍ਰੈਸ। नमस्कार, सत श्री अकाल, आदाब। मैं हूं डॉक्टर कुमार। नेचुरल होलिस्टिक हर्बल हेल्थ सेंटर में सभी प्यारे दर्शकों का बहुत बहुत स्वागत है। कुदरती जड़ी बूटियां दे देसी आयुर्वैदिक तरीके नाल इलाज दे इस हैल्थ सेंटर च सारे प्यारे दर्शकों का बहुत बहुत स्वागत है। देखो, भावें तकलीफ कोई भी होवे, ਆਪਾਂ ਕਹਿੰਦੇ ਨਾ, ਨਾਨਕ ਦੁਖੀਆ ਸਭ ਸੰਸਾਰ। ਸਰੀਰ 'ਚ ਬਿਮਾਰੀਆਂ ਤਾਂ ਬਹੁਤ ਨੇ, ਭਾਵੇਂ ਉਹ ਆਪਣੀਆਂ ਗਲਤੀਆਂ ਨਾਲ, ਭਾਵੇਂ ਬਦਪਰਹੇਜ਼ੀਆਂ ਨਾਲ, ਭਾਵੇਂ ਇਨਹੈਰੀਟੈਂਸ। ਸੋ ਦੇਰ ਆਰ ਸੋ ਮੈਨੀ ਰੀਜ਼ਨਸ ਆਫ ਈਚ ਐਂਡ ਐਵਰੀ ਏਲਮੈਂਟ। ਸਰੀਰ 'ਚ ਬਿਮਾਰੀ ਭਾਵੇਂ ਦਿਮਾਗੀ ਹੋਵੇ, ਭਾਵੇਂ ਛਾਤੀ ਦੀਆਂ ਬਿਮਾਰੀਆਂ, ਭਾਵੇਂ ਪੇਟ ਦੀਆਂ ਬਿਮਾਰੀਆਂ, ਭਾਵੇਂ ਹੱਡੀਆਂ ਦੀਆਂ, ਰੈਸਪੀਰੇਟਰੀ ਸਿਸਟਮ ਦੀਆਂ ਹੋਣ, ਭਾਵੇਂ ਰੈਸਪੀਰੇਟਰੀ ਸਿਸਟਮ 'ਚ ਬ੍ਰੋਂਕਾਈਟਸ, ਐਸਥਮਾ, ਐਸਥਮੈਟਿਕ ਬ੍ਰੋਂਕਾਈਟਸ, ਅਲਰਜਿਕ ਬ੍ਰੋਂਕਾਈਟਸ, ਗਲੇ 'ਚ ਖਰਾਸ਼, ਜਿਹਨੇ ਇਸ ਵੇਲੇ ਸਾਰੀ ਦੁਨੀਆ ਨੂੰ ਖਰਾਬ ਕੀਤਾ ਹੋਇਆ। ਕਹਿਣ ਦਾ ਭਾਵ ਇਹ ਆ ਕਿ ਗਲੇ ਦੀ ਬਿਮਾਰੀ ਹੋਵੇ, ਛਾਤੀਆਂ ਦੀ ਬਿਮਾਰੀ ਹੋਣ, ਪੇਟ ਦੀਆਂ ਬਿਮਾਰੀਆਂ ਹੋਣ, ਕੋਲਾਈਟਸ ਹੋਵੇ, ਗੈਸ ਹੋਵੇ, ਸਟੋਮੇਟਾਈਟਸ ਹੋਵੇ, ਇੰਡਾਈਜੈਸ਼ਨ ਹੋਵੇ, ਡਿਸਪੈਪਸੀਆ ਹੋਵੇ, ਕਬਜ਼ ਹੋਵੇ, ਕੌਂਸਟੀਪੇਸ਼ਨ ਹੋਵੇ, ਪਾਈਲਸ ਬਵਾਸੀਰ ਹੋਣ, ਜਾਂ ਰਿਊਮੇਟਡ ਆਰਥਰਾਈਟਸ ਹੋਵੇ, ਆਸਟੀਓ ਆਰਥਰਾਈਟਸ ਹੋਵੇ, ਗਾਊਟੀ ਆਰਥਰਾਈਟਸ ਹੋਵੇ, ਆਸਟੀਓਮਲਾਈਟਸ ਹੋਵੇ, ਆਸਟੀਓਪੀਨੀਆ ਹੋਵੇ, ਦਿਮਾਗੀ ਪ੍ਰੋਬਲਮ ਹੋਵੇ, ਕੋਈ ਐਂਗਜ਼ਾਇਟੀ, ਸਟ੍ਰੈਸ, ਡਿਪਰੈਸ਼ਨ, loss of memory, insomnia, colitis, gastritis, indigestion, dyspepsia। मतलब बवासीर भी हो सकती है। पेट ਦੀਆਂ ਬਿਮਾਰੀਆਂ ਤੋਂ ਕਿਸੇ ਹੀ ਕਈ ਵਾਰੀ ਉਹਨਾਂ ਨੂੰ ਲੈਟਰਿਨ ਬਾਰ-ਬਾਰ ਆਏਗੀ, ਲੈਟਰਿਨ 'ਚ ਮਿਊਕਸ ਆਏਗੀ, ਪੇਚਿਸ਼ ਹੋਏਗੀ। ਇਹ ਬਿਮਾਰੀਆਂ ਦੇ ਨਾਮ ਮੇਰੇ ਲੈਣ ਦਾ ਭਾਵ ਇਹ ਹੈ ਕਿ ਸਰੀਰ ਦੀ ਕੋਈ ਬਿਮਾਰੀ ਹੋਵੇ, ਅਸੀਂ ਹਰ ਬਿਮਾਰੀ ਦਾ ਇਲਾਜ ਦੇਸੀ ਆਯੁਰਵੈਦਿਕ ਨੈਚੁਰਲ ਹੋਲਿਸਟਿਕ ਤਰੀਕੇ ਨਾਲ ਵਿਦਆਊਟ ਐਨੀ ਸਾਈਡ ਇਫੈਕਟ। ਦੇਖੋ, ਤੁਸੀਂ ਕਈ ਵਾਰੀ ਕਾਲ ਕਰਦੇ ਹੋ, ਭਾਵੇਂ ਕਾਲਸ ਮੈਂ ਦੇਖਦਾ ਵੀ ਇੰਡੀਆ ਤੋਂ ਹੋਣ, ਭਾਵੇਂ ਜਰਮਨ ਤੋਂ ਹੋਣ, ਭਾਵੇਂ ਇੰਗਲੈਂਡ ਤੋਂ ਹੋਣ, ਅਮਰੀਕਾ ਕੈਨੇਡਾ ਵਾਲਿਆਂ ਨੂੰ ਤਾਂ ਆਲਰੇਡੀ ਮੇਰਾ ਬਹੁਤ ਸਾਲਾਂ ਤੋਂ ਪਤਾ ਹੀ ਆ, ਪਰ ਉਹ ਵਿਚਾਰੇ ਕਈ ਵਾਰੀ ਨੋਟ ਨਹੀਂ ਕਰਦੇ ਅਤੇ ਨੰਬਰ ਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ। ਮੇਰੇ ਨੰਬਰ ਤੁਸੀਂ ਨੋਟ ਕਰੋ ਕਿ ਇਸ ਐਪੀਸੋਡ 'ਤੇ ਭਾਵੇਂ ਤੁਸੀਂ ਮੈਨੂੰ ਫੇਸਬੁੱਕ 'ਤੇ ਦੇਖਦੇ ਹੋ, ਯੂਟਿਊਬ 'ਤੇ ਦੇਖਦੇ ਹੋ, ਗਲੋਬਲ ਪੰਜਾਬ ਦੇ ਕਿਸੇ ਪੇਜ 'ਤੇ ਦੇਖਦੇ ਹੋ, ਨੰਬਰ ਹਰ ਵੇਲੇ ਲਗਾਤਾਰ ਫਲੈਸ਼ ਕਰ ਰਹੇ ਨੇ, ਔਰ ਦੇਖ ਕੇ ਪਤਾ ਲੱਗ ਜਾਂਦਾ ਕਿ ਨੰਬਰ ਨਿਊਯਾਰਕ ਦਾ, ਅਮਰੀਕਾ ਦਾ। ਇਸੇ ਤਰ੍ਹਾਂ ਹੀ ਮੇਰਾ ਐਡਰੈਸ ਵੀ ਤੁਸੀਂ ਨੋਟ ਕਰੋ, ਲਗਾਤਾਰ ਸਾਹਮਣੇ ਆ ਰਿਹਾ। ਉੱਥੋਂ ਵੀ ਪਤਾ ਲੱਗ ਜਾਂਦਾ ਕਿ ਆਈ ਐਮ ਇਨ ਰਿਚਮੰਡ ਹਿੱਲ ਏਰੀਆ ਫਰੋਮ ਨਿਊਯਾਰਕ। ਇਹ ਮੈਨੂੰ ਤਾਂ ਕਹਿਣਾ ਪੈਂਦਾ ਕਿ ਕਈ ਵਾਰੀ ਮੈਂ ਹੈਰਾਨ ਹੁੰਦਾ ਕਿ ਜਿੱਦਾਂ ਹੁਣ ਕੈਨੇਡਾ ਦੇ ਕੋਈ ਪੇਸ਼ੈਂਟ 1% ਹੋਏਗਾ ਜਿੰਨਾ ਕਈ ਵਾਰੀ ਪੁੱਛਦੇ ਕਿ ਅਸੀਂ ਸੋਚਿਆ ਸੀ ਡਾਕਟਰ ਸਾਹਿਬ ਤੁਸੀਂ ਸ਼ਾਇਦ ਕੈਨੇਡਾ ਹੋ, ਪਰ ਮੈਂ ਹੈਰਾਨ ਹੁੰਦਾ ਕਿ ਨੰਬਰਸ ਕੈਨ ਸ਼ੋ ਐਵਰੀਥਿੰਗ। ਪਰ ਅਮਰੀਕਾ ਕੈਨੇਡਾ ਵਾਲਿਆਂ ਨੂੰ ਤਾਂ ਆਲਰੇਡੀ ਬਹੁਤ ਸਾਲਾਂ ਤੋਂ ਪਹਿਚਾਣ ਹੈ। ਸੋ ਲੈਟਸ ਕਮ ਟੂ ਦਾ ਪੁਆਇੰਟ। ਕਹਿਣ ਦਾ ਮਤਲਬ ਕਿ ਸਰੀਰ ਦੀ ਕੋਈ ਬਿਮਾਰੀ ਹੋਵੇ, ਸ਼ੂਗਰ ਹੋਵੇ, ਬਲੱਡ ਪ੍ਰੈਸ਼ਰ ਹੋਵੇ, ਕੋਲੈਸਟਰੋਲ ਹੋਵੇ, ਮੋਟਾਪਾ ਹੋਵੇ, ਵਾਲ ਝੜਦੇ ਹੋਣ, ਔਰ ਅਸੀਂ ਹਰ ਬਿਮਾਰੀ ਦਾ ਇਲਾਜ ਹਰ ਇੱਕ ਦੀ ਦਵਾਈ ਦਿੰਦੇ। ਦਵਾਈ ਤੁਹਾਨੂੰ ਘਰ ਬੈਠੇ ਮਿਲਦੀ ਹੈ। ਫੋਨ ਤੁਸੀਂ ਕਰਦੇ, ਫੋਨ ਮੈਂ ਚੁੱਕਦਾ, ਪਰ ਮੇਰੀ ਰਿਕੁਐਸਟ ਇਹ ਹੈ ਕਿ ਅੱਧੀ ਰਾਤੀ ਨਾ ਫੋਨ ਕਰਿਆ ਕਰੋ। ਮੋਸਟਲੀ ਕਈ ਵਾਰੀ ਲੋਕ 11 12 ਵਜੇ ਤੱਕ ਫੋਨ ਆ ਰਿਹਾ ਹੁੰਦਾ, ਪਰ ਉਹ ਸ਼ਾਇਦ ਭੁਲੇਖਾ ਖਾ ਜਾਂਦੇ ਆ। ਸਪੋਜ਼ ਆਪਾਂ ਕੈਲੀਫੋਰਨੀਆ ਤੋਂ 3 ਘੰਟੇ ਦਾ ਫਰਕ ਹੈ, ਇਸੇ ਤਰ੍ਹਾਂ ਹੀ ਕੈਨੇਡਾ 'ਚ ਵੀ ਡਿਫਰੈਂਟ ਏਰੀਆਜ਼ ਤੋਂ ਫਰਕ ਹੈ। ਪਰ ਇੰਡੀਆ ਵਾਲੇ ਮੋਸਟਲੀ ਜਦੋਂ ਕਾਲ ਕਰਦੇ ਤਾਂ ਅੱਧੀ ਰਾਤ ਹੁੰਦੀ ਆ। ਵਾਈ ਐਮ ਰਿਪੀਟਿੰਗ ਆਲ ਦਿਸ ਜਸਟ ਫॉर योर ਨੌਲੇਜ। ਮਾਈ ਟਾਈਮਿੰਗਸ ਫॉर ਕਾਲਸ ਆਰ 10 to 7 ਈਸਟਰਨ ਸਟੈਂਡਰਡ ਟਾਈਮ ਪਲੀਜ਼। ਔਰ ਹਰ ਐਪੀਸੋਡ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕੋਈ ਟੌਪਿਕ 'ਤੇ ਡਿਸਕਸ ਕਰੀਏ। ਟੌਪਿਕ ਦਾ ਮਤਲਬ ਹੁੰਦਾ ਕਿ ਤੁਹਾਡੀ ਨੌਲੇਜ ਵਧਾਉਣੀ ਹੁੰਦੀ ਹੈ। ਸੋ ਅੱਜ ਦਾ ਟੌਪਿਕ ਆਪਾਂ ਲੈਂਦੇ ਹਾਂ ਚਿੰਤਾ, ਫਿਕਰ, ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ। ਭਾਵੇਂ ਅਸੀਂ ਗੱਲ ਕਰੀਏ ਮਰਦਾਨਾ ਤਾਕਤ ਦੀ, ਜਿਹੜਾ ਸਾਨੂੰ 100% ਰਿਜ਼ਲਟ ਆਲ ਓਵਰ ਦੀ ਵਰਲਡ ਮਿਲਦਾ, ਔਰ ਉਹ ਦਵਾਈ ਸਾਡੀ ਆਲ ਓਵਰ ਦੀ ਵਰਲਡ ਵੀ 25 ਸਾਲ ਤੋਂ ਜਾ ਰਹੀ। ਆਈ ਐਮ ਇਨ ਨਿਊਯਾਰਕ, ਫਿਰ ਵੀ ਸਾਡੀ ਦਵਾਈ ਭਾਵੇਂ ਇੰਡੀਆ, ਭਾਵੇਂ ਆਸਟ੍ਰੇਲੀਆ, ਭਾਵੇਂ ਨਿਊਜ਼ੀਲੈਂਡ ਆ, ਭਾਵੇਂ ਜਰਮਨ ਹੈ,
ਕੈਨੇਡਾ ਅਮਰੀਕਾ ਵਾਲੇ ਤੇ ਆਲਰੇਡੀ ਬਹੁਤ ਅੱਛੀ ਤਰ੍ਹਾਂ ਜਾਣਦੇ ਆ। ਮੇਰੇ ਕਹਿਣ ਦਾ ਭਾਵ ਜੇ ਮਰਦਾਨਾ ਤਾਕਤ ਦੀ ਗੱਲ ਕਰੀਏ ਉਹਦਾ ਵੀ ਕਈ ਵਾਰੀ ਨਾ ਮਰਦਾਨਗੀ ਦਾ ਕਾਰਨ ਆਲਸੋ ਵਨ ਆਫ ਦਾ ਰੀਜ਼ਨ ਇਜ਼ ਸਟ੍ਰੈਸ। ਜੇ ਸ਼ੂਗਰ ਦੀ ਵੀ ਕਈ ਵਾਰੀ ਆਪਾਂ ਹਜ਼ਾਰਾਂ ਐਪੀਸੋਡ ਕੀਤੇ ਆ, ਪਰ ਕਈ ਵਾਰੀ ਨਹੀਂ ਪਤਾ ਕਿ ਸ਼ੂਗਰ ਦਾ ਕਾਰਨ ਵੀ ਕਈ ਵਾਰੀ ਸਟ੍ਰੈਸ ਹੋ ਜਾਂਦਾ। ਕਈਆਂ ਦੇ ਦੇਖੋ ਪੇਸ਼ੈਂਟ ਦੱਸਦੇ ਕਿ ਡਾਕਟਰ ਸਾਹਿਬ ਨਾ ਮੇਰੇ ਖਾਨਦਾਨ 'ਚ ਹੈ, ਨਾ ਮੈਂ ਮਿੱਠਾ ਖਾਂਦਾ, ਪਰ ਮੈਨੂੰ ਸ਼ੂਗਰ ਕਿੱਥੋਂ ਹੋ ਗਈ। ਮੈਂ ਕਈ ਵਾਰੀ ਸੋਚਦਾ ਕਿ ਇਹਨਾਂ ਵਿਚਾਰਿਆਂ ਨੂੰ ਸਟ੍ਰੈਸ ਤੋਂ ਹੋ ਗਈ। ਸਟ੍ਰੈਸ ਦਾ ਕਾਰਨ ਇਜ਼ ਏ ਹੋਮ ਆਫ ਡਿਜ਼ੀਜ਼। ਜਿੱਦਾਂ ਕਈ ਐਪੀਸੋਡਸ 'ਚ ਮੈਂ ਦੱਸਿਆ ਵੀ ਕਬਜ਼ ਕਈ ਬਿਮਾਰੀਆਂ ਦੀ ਜੜ੍ਹ ਹੈ, ਇਸੇ ਤਰ੍ਹਾਂ ਮੋਟਾਪਾ 100 ਬਿਮਾਰੀਆਂ ਦੀ ਜੜ੍ਹ ਹੈ। ਪਰ ਸੱਚ ਪੁੱਛੋ ਤੇ ਜਿੰਨੀਆਂ ਬਿਮਾਰੀਆਂ ਦੇ ਮੈਂ ਨਾਮ ਲਿੱਤੇ ਉਹਨਾਂ 'ਚੋਂ ਇੱਕ ਕਾਰਨ ਬਹੁਤ ਵੱਡਾ ਸਟ੍ਰੈਸ। ਹੁਣ ਗੱਲ ਕਰੀਏ ਆਪਾਂ ਸਟ੍ਰੈਸ ਤੇ, ਚਿੰਤਾ ਤੇ, ਫਿਕਰ ਤੇ ਕੀ ਹੁੰਦਾ, ਇਹਦੇ ਲੱਛਣ ਕੀ ਹੈ, ਇਹਦੇ ਕਾਰਨ ਕੀ ਹੈ। ਚਿੰਤਾ ਦੇਖੋ ਕਿਸੇ ਕਾਰਨ ਕਰਕੇ ਹੋ ਸਕਦੀ। ਜੇ ਮੈਂ ਡਿਪਰੈਸ਼ਨ ਕਹਾਂ, ਡਿਪਰੈਸ਼ਨ ਇਹਨੂੰ ਅਸੀਂ ਜੇ ਮੈਡੀਕਲੀ ਕਹੀਏ ਤੇ ਇੱਕ ਆ ਜਾਂਦੀ ਰਿਐਕਟਿਵ, ਇੱਕ ਆਉਂਦੀ ਐਂਡੋਜੀਨਸ। ਰਿਐਕਟਿਵ ਦਾ ਮਤਲਬ ਇਹ ਹੈ ਕਿ ਇਹਦਾ ਇੱਕ ਕਾਰਨ ਇਹ ਹੈ ਕਿ ਕਿਸੇ ਨਾਲ ਕਿਸੇ ਕਿਸਮ ਦਾ ਵੀ ਰਿਐਕਸ਼ਨ ਹੋ ਸਕਦਾ। ਕਿਸੇ ਦੀ ਡੈਥ ਹੋਈ ਹੋਵੇ ਭਾਵੇਂ ਉਹਦੀ ਚਿੰਤਾ, ਭਾਵੇਂ ਕਿਸੇ ਦੇ ਰਿਸ਼ਤੇਦਾਰ ਦੀ, ਕਿਸੇ ਆਪਣੇ ਨੇੜੇ ਪ੍ਰੇਮੀ ਸੱਜਣ ਦੀ, ਭਾਵੇਂ ਕੋਈ ਭਰਾ ਭੈਣ ਮਾਂ ਬਾਪ ਰਿਸ਼ਤੇਦਾਰ, ਕਿਸੇ ਦੀ ਡੈਥ ਹੋਈ ਹੋਵੇ ਕਿਸੇ ਉਹਦੀ ਵੀ ਚਿੰਤਾ ਹੋ ਜਾਂਦੀ ਹੈ। ਇਹਨੂੰ ਕਹਿੰਦੇ ਰਿਐਕਟਿਵ। ਇਹ ਡਿਪਰੈਸ਼ਨ ਦੀ ਗੱਲ ਕੀਤੀ। ਇੱਕ ਹੁੰਦੀ ਐਂਡੋਜੀਨਸ, ਉਹਦਾ ਮਤਲਬ ਹੁੰਦਾ ਵੀ ਕੈਮੀਕਲਸ ਦੀ ਕਮੀ ਬ੍ਰੇਨ 'ਚ ਕਈ ਵਾਰੀ ਆ ਜਾਂਦੀ ਹੈ। ਉਹ ਹਾਰਮੋਨਲ ਚੇਂਜਸ ਹੁੰਦੇ ਆ ਸਰੀਰ ਦੇ ਵਿੱਚ, ਕਈ ਤਰ੍ਹਾਂ ਦੇ ਕੈਮੀਕਲਸ ਹੁੰਦੇ ਆ। ਕੈਮੀਕਲ ਦਾ ਮਤਲਬ ਹੈ ਕਿ ਆਪਣੇ ਸੈਰਾਟੋਨਿਨ ਲੈਵਲ ਘੱਟ ਜਾਂਦਾ, lack of lithium in the brain, lack of dopamine in the brain, lack of norepinephrine in the brain, lack of noradrenaline. Norepinephrine, noradrenaline, lithium, serotonin level, ਇਹਨਾਂ ਚੀਜ਼ਾਂ ਦੀ ਕਮੀ ਨਾਲ ਵੀ ਕਈ ਵਾਰੀ ਡਿਪਰੈਸ਼ਨ ਹੁੰਦੀ। ਇਹ ਮੈਂ ਤੁਹਾਡੀ ਸਿਰਫ ਨੌਲੇਜ ਵਧਾਉਣ ਲਈ ਕਹਿ ਰਿਹਾ ਹਾਂ। ਪਰ ਜੇ ਡਿਪਰੈਸ਼ਨ ਹੋਏਗਾ ਕਿ ਕਈ ਵਾਰੀ ਇਹਦਾ ਮਤਲਬ ਇਹ ਹੁੰਦਾ ਕਿ ਕਈ ਵਾਰੀ ਸਟ੍ਰੈਸ ਇੰਨੀ ਕੁ ਹੁੰਦੀ ਹੈ ਕਿ ਇਨਸਾਨ ਨੂੰ ਡਰ ਜਿਹਾ, ਹਰ ਵੇਲੇ ਫੀਅਰਫੁਲ ਮਾਈਂਡ, ਇੱਥੇ ਤੱਕ ਕਈ ਵਾਰੀ ਸਟ੍ਰੈਸ ਦੇਖੋ ਮੈਂ ਸੱਚ ਦੱਸਾਂ, ਤੁਸੀਂ ਡਾਕਟਰ ਕੋਲ ਜਾਂਦੇ ਹੋ, ਤੁਹਾਨੂੰ ਸਟ੍ਰੈਸ ਦੀ ਦਵਾਈ ਭਾਵੇਂ ਉਹ ਸਾਰੀ ਉਮਰ ਲਈ ਲਾ ਦਿੰਦੇ, ਭਾਵੇਂ ਉਹ ਸਰੈਟਰਾਲਿਨ ਦੇਣ, ਭਾਵੇਂ ਗਾਬਾਪੈਂਟਿਨ ਦੇਣ, ਕਈ ਨਾਮ ਕਈ ਵਾਰੀ ਮੇਰੇ ਦਿਮਾਗ 'ਚ ਨਹੀਂ ਆਉਂਦੇ, ਐਲੋਪੈਥਿਕ ਦੀ ਦਵਾਈ, ਫਿਰ ਉਹ ਕਹਿੰਦੇ ਵੀ ਇਹ ਸਾਰੀ ਉਮਰ ਖਾਣੀ ਪੈਣੀ, ਪਰ ਉਹਨਾਂ ਦੇ ਸਾਈਡ ਇਫੈਕਟ ਹੁੰਦੇ। ਜਿਹੜੀ ਸਟ੍ਰੈਸ ਦੀ ਬਿਮਾਰੀ ਆ ਬਹੁਤੀ ਤੇ ਕਈ ਵਾਰੀ ਆਪਾਂ ਆਪਣੇ ਆਪ ਵੀ ਠੀਕ ਕਰ ਸਕਦੇ ਹਾਂ। ਇਹਦੇ ਨਾਲ ਹੋਏਗਾ ਕੀ, ਸਭ ਤੋਂ ਪਹਿਲਾਂ ਕੀ ਹੋਏਗਾ, ਜ਼ਿਆਦਾਤਰ ਭੁੱਖ ਮਰ ਜਾਂਦੀ ਹੈ। ਉਹੀ ਬੰਦਾ ਦਿਨ 'ਚ 4 ਵਾਰੀ ਬੜੇ ਆਰਾਮ ਨਾਲ ਖਾ ਰਿਹਾ ਹੁੰਦਾ ਅਤੇ ਉਹ ਹੈਰਾਨ ਹੋ ਜਾਂਦਾ ਕਿ ਅੱਜ ਸਾਰਾ ਦਿਨ ਮੈਂ ਕੁਛ ਨਹੀਂ ਖਾਧਾ। ਉਹਦਾ ਕਾਰਨ ਕੀ ਆ ਕਿ ਉਹਨੂੰ ਜ਼ਰੂਰ ਕੋਈ ਨਾ ਕੋਈ ਸਟ੍ਰੈਸ ਹੈ, ਕੋਈ ਸੋਚ ਹੈ, ਕਿਸੇ ਕਿਸਮ ਦੀ ਸਟ੍ਰੈਸ ਹੋਵੇ, ਭਾਵੇਂ ਕੰਮ ਦੀ ਹੋਵੇ, ਭਾਵੇਂ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ। ਇਸ ਮੁਲਕ 'ਚ ਠੀਕ ਹੈ, ਹਰ ਇੱਕ ਨੂੰ ਕੋਈ ਨਾ ਕੋਈ ਟੈਨਸ਼ਨ ਹੈ, ਕੋਈ ਫੈਮਿਲੀ ਦੀ ਹੈ, ਕੋਈ ਹਸਬੈਂਡ ਵਾਈਫ ਦੀ ਹੈ, ਕੋਈ ਬॉयਫ੍ਰੈਂਡ ਗਰਲਫ੍ਰੈਂਡ ਦੀ ਹੈ, ਕੋਈ ਬਿਜ਼ਨਸ ਦੀ ਹੈ। ਸੋ ਜਿਹੜਾ ਇੱਕ ਕਾਰਨ ਮੈਂ ਕਿਹਾ ਸੀ ਲੈਕ ਆਫ ਜਾਂ ਰਿਐਕਟਿਵ ਦੇ ਵਿੱਚ ਕਿ ਲਾਸ ਆਫ ਬਿਜ਼ਨਸ ਜਾਂ ਲਾਸ ਆਫ ਸਮਵਨ ਲਵਡ ਵਨਸ, ਕਿਸੇ ਦੀ ਡੈਥ ਹੋਈ ਹੋਵੇ ਜਾਂ ਕਿਸੇ ਦਾ ਬਿਜ਼ਨਸ ਲਾਸ ਹੋਇਆ ਹੋਵੇ, ਇਹ ਵੀ ਕਾਰਨ ਬਣ ਜਾਂਦਾ। ਕਿਸੇ ਨੂੰ ਜੋਬ ਦੀ ਹੈ, ਮਤਲਬ ਐਗਜ਼ਰਸ਼ਨ ਜ਼ਿਆਦਾ, ਫਿਜ਼ੀਕਲ ਐਗਜ਼ਰਸ਼ਨ, ਮੈਂਟਲ ਐਗਜ਼ਰਸ਼ਨ ਜ਼ਿਆਦਾ, ਓਵਰ ਵਰਕ ਕਰ ਲੈਣਾ, ਉਹ ਐਗਜ਼ਾਸਟ ਹੋਏਗਾ। ਫਿਰ ਕੀ ਹੋਏਗਾ ਕਿ ਸਰੀਰ ਥੱਕਿਆ ਰਹੇਗਾ, ਸਰੀਰ ਟੁੱਟਣ ਲੱਗ ਜਾਏਗਾ, ਸਿਰ ਭਾਰਾ ਹੋ ਜਾਏਗਾ, ਬਲੱਡ ਪ੍ਰੈਸ਼ਰ ਵੱਧ ਜਾਏਗਾ, ਸਿਰ ਦੁਖਦਾ ਰਹੇਗਾ। ਕਾਰਨ ਕੀ ਹੋਏਗਾ ਕਿ ਕੋਈ ਨਾ ਕੋਈ ਗੱਲ ਉਹਨੇ ਦਿਮਾਗ 'ਤੇ ਲਾਈ ਹੈ। ਔਰ ਕਈ ਵਾਰੀ ਫੀਅਰਫੁਲ ਇੰਨਾ ਕੁ ਇਨਸਾਨ ਹੋ ਜਾਂਦਾ ਕਿ ਕਈ ਸੁਇਸਾਈਡ ਕਰਨ ਤੱਕ ਚਲੇ ਜਾਂਦੇ। ਦੇਖੋ ਤੁਸੀਂ ਸਾਈਕੈਟਰਿਸਟ ਕੋਲ ਜਾਂਦੇ ਹੋ, ਕਈ ਵਾਰੀ ਤੁਹਾਨੂੰ ਕਈ ਸੈਂਟਰ 'ਚ ਭੇਜਦੇ ਨੇ, ਉਹਨਾਂ ਨਾਲੋਂ ਬਚਣ ਦੇ ਤਰੀਕੇ ਸਾਡੇ ਕੋਲ ਇੰਨੇ ਸੌਖੇ ਨੇ। ਸਿਰਫ ਦੇਸੀ ਦਵਾਈ, ਜਿਨ੍ਹਾਂ ਦੇ ਕਈ ਵਾਰੀ ਮੈਂ ਨਾਮ ਤੱਕ ਦੱਸੇ ਆ, ਜਿਹੜਾ ਕਈ ਵਾਰੀ ਆਪਣਾ ਕੋਈ ਸੀਕਰਟ ਨਹੀਂ ਦੱਸਦਾ, ਕਿ ਇਹਨਾਂ ਸਾਡੀਆਂ ਆਯੁਰਵੈਦਿਕ ਤਰੀਕੇ ਨਾਲ ਉਹੀ ਦਵਾਈਆਂ ਨਾਲੇ ਸਟ੍ਰੈਸ ਦੂਰ ਕਰਦੀਆਂ, ਨਾਲੇ ਐਂਗਜ਼ਾਇਟੀ, ਨਾਲੇ ਡਿਪਰੈਸ਼ਨ, ਨਾਲੇ ਤਾਕਤ, ਫਿਜ਼ੀਕਲ, ਮੈਂਟਲ ਐਂਡ ਸੈਕਸੁਅਲ ਸਟਰੈਂਥ, ਉਹੀ ਦਵਾਈਆਂ ਦੇਸੀ। ਅੰਗਰੇਜ਼ੀ ਦਵਾਈਆਂ ਦੇ ਨਾਲ ਜੇ ਲਾ ਲਈ ਤਾਂ ਇੱਕ ਵਾਰੀ ਸਾਰੀ ਉਮਰ ਖਾਂਦੇ ਰਹਿਣਾ, ਕੋਈ ਲੋੜ ਨਹੀਂ। ਉਹਦੇ ਤੋਂ ਤੁਸੀਂ ਸਟਾਰਟ ਥਿੰਕਿੰਗ ਪੋਜ਼ਿਟਿਵ। ਜੇ ਸਟ੍ਰੈਸ ਤੋਂ ਬਚਣਾ, ਮੈਡੀਟੇਸ਼ਨ, ਯੋਗਾ, ਐਕਸਰਸਾਈਜ਼ ਔਰ ਆਯੁਰਵੈਦਿਕ ਦਵਾਈ,
ਕਿਸੇ ਨੂੰ ਕਿਸੇ ਕਿਸਮ ਦੀ ਸਟ੍ਰੈਸ ਹੋਵੇ, ਚਿੰਤਾ ਹੋਵੇ, ਫਿਕਰ ਹੋਵੇ, ਭਾਵੇਂ ਬਹੁਤ ਪੁਰਾਣੀ ਹੋਵੇ, ਹੋਏਗਾ ਕਿ ਇਹਦੇ ਨਾਲ ਮੈਂ ਦੱਸਿਆ ਪਹਿਲਾਂ ਤੇ ਤੁਹਾਡੀ ਭੁੱਖ ਮਰ ਜਾਏਗੀ, ਆਦਮੀ ਐਗਜ਼ੌਸਟਡ ਫੀਲ ਕਰੇਗਾ, ਸਿਰ ਵੀ ਭਾਰਾ ਹੋਏਗਾ। ਫਿਰ ਇਨਸੋਮਨੀਆ ਦਾ ਮਤਲਬ ਹੈ ਲਾਸ ਆਫ ਸਲੀਪ, ਨੀਂਦ ਨਹੀਂ ਆਏਗੀ, ਪੂਰੀ ਨਹੀਂ ਆਏਗੀ। ਇੱਕ ਕਾਰਨ ਇਹਦਾ ਇਹ ਹੈ ਕਿ ਪ੍ਰੋਪਰ ਡਾਈਟ ਨਾ ਖਾਣਾ, ਅਨਟਾਈਮਲੀ ਮੀਲਸ ਲੈਣੇ। ਡਾਈਟ ਦੀ ਵੀ ਇਹਦੇ 'ਚ ਕੋਈ ਰੋਲ ਹੈ। ਇਹਦੇ 'ਚ ਕੀ ਪਰਹੇਜ਼ ਹੈ ਵੀ ਤੁਹਾਨੂੰ ਟਾਈਮ ਲੱਗਾ ਤੇ ਦੱਸਾਂਗਾ ਵੀ ਵਾਟ ਐਲਸ ਯੂ ਕੈਨ ਡੂ, ਹਾਊ ਯੂ ਕੈਨ ਅਵੋਇਡ ਸਟ੍ਰੈਸ ਬਾਈ ਯੋਰ ਸੈਲਫ, ਹਾਊ ਯੂ ਕੈਨ ਗੈਟ ਰਿਡ ਆਫ ਸਟ੍ਰੈਸ, ਐਂਗਜ਼ਾਇਟੀ ਐਂਡ ਡਿਪਰੈਸ਼ਨ ਬਾਈ ਯੋਰ ਸੈਲਫ। ਦੇਖੋ, ਸਟ੍ਰੈਸ ਨਾਲ ਨਾਮਰਦਾਨਗੀ ਵੀ ਆਉਣੀ ਹੈ, ਮੋਟਾਪਾ ਵੀ ਆਉਣਾ ਹੈ, ਸ਼ੂਗਰ ਵੀ ਆਉਣੀ ਹੈ, ਸਭ ਤੋਂ ਜ਼ਿਆਦਾ ਕਿ ਬਲੱਡ ਪ੍ਰੈਸ਼ਰ ਵੱਧ ਜਾਏਗਾ, ਸਿਰ ਭਾਰਾ ਰਹਿਣ ਲੱਗ ਜਾਏਗਾ, ਸਰੀਰ ਹਰ ਵੇਲੇ ਐਗਜ਼ੌਸਟਡ ਫੀਲ ਹੋਏਗਾ, ਹਰ ਵੇਲੇ ਥੱਕਿਆ ਟੁੱਟਿਆ ਫੀਲ ਹੋਏਗਾ, ਭੁੱਖ ਬਿਲਕੁਲ ਮਰ ਜਾਏਗੀ, ਨੀਂਦ ਬਿਲਕੁਲ ਨਹੀਂ ਆਏਗੀ। ਜਿਹੜੀ ਫਿਰ ਨਾ ਨੀਂਦ ਆਉਣ ਨਾਲ ਜਾਂ ਅਨਟਾਈਮਲੀ ਨੀਂਦ ਨਾਲ ਵੀ ਸਰੀਰ ਅਗਲੇ ਦਿਨ ਐਗਜ਼ੌਸਟਡ ਰਹਿੰਦਾ। ਕੀ ਹੁੰਦਾ ਹੈ, ਨੀਂਦ ਆਉਂਦੀ ਹੈ, ਫਿਰ 2 ਘੰਟੇ ਬਾਅਦ ਬੰਦਾ ਜਾਗ ਜਾਂਦਾ, ਉੱਠ ਕੇ ਬਹਿ ਜਾਂਦਾ, ਅਗਲੇ ਦਿਨ ਕੰਮ 'ਤੇ ਨਹੀਂ ਜਾ ਸਕਦਾ। ਕਈ ਵਾਰੀ ਕਾਰਨ ਕੀ ਹੈ, ਕਿਸੇ ਨੂੰ ਜੋਬ ਦੀ ਸਟ੍ਰੈਸ ਹੈ, ਬੌਸ ਨੇ ਕੋਈ ਜ਼ਿਆਦਾ ਕੁਛ ਕਹਿਤਾ। ਸੋ ਵਾਟ ਐਵਰ ਦਾ ਰੀਜ਼ਨ ਮੇ ਬੀ ਫॉर ਇਨਸੋਮਨੀਆ, ਲਾਸ ਆਫ ਐਪੇਟਾਈਟ, ਐਗਜ਼ੌਸ਼ਨ, ਜਿਹੜਾ ਹਰ ਵੇਲੇ ਐਗਜ਼ਾਸਟਡ ਰਹਿੰਦਾ, ਉਹਦੇ ਤੋਂ ਬਚਣ ਦੇ ਲਈ ਅੰਗਰੇਜ਼ੀ ਦਵਾਈਆਂ ਤੋਂ ਵੀ ਬਚ ਕੇ ਆਪਣੇ ਆਪ ਤੁਸੀਂ ਭਾਵੇਂ ਕੋਈ ਟੌਨਿਕ ਲੈ ਲਓ। ਵਿਟਾਮਿਨ ਬੀ ਵੀ ਠੀਕ ਹੈ, B9 ਔਰ B12 ਇਹਦੇ ਲਈ ਠੀਕ ਹੈ। ਵਾਈ? ਬਿਕੋਜ਼ they help in producing an element that is called tryptophan। ਮੈਂ ਕਈ ਵਾਰੀ ਤੁਹਾਡੀ ਮੈਡੀਕਲ ਨੌਲੇਜ ਵਧਾ ਰਿਹਾ ਹੁੰਦਾ, ਕਿਉਂ? ਮੈਨੂੰ ਬੜੀ ਖੁਸ਼ੀ ਹੁੰਦੀ ਹੈ RNs, pharmacists, doctors are watching my episode just to tell you one of the reason for the loss of serotonin level is tryptophan। ਟ੍ਰਿਪਟੋਫੈਨ ਜਦੋਂ ਕਮੀ ਆ ਜਾਂਦੀ ਹੈ ਤੇ ਉਹ ਜਿਹੜੀਆਂ ਅਸੀਂ ਤੁਹਾਨੂੰ ਬ੍ਰੇਨ ਟੌਨਿਕਸ ਦਿੰਦੇ ਹਾਂ, ਮੈਮਰੀ ਲਈ ਦਿੰਦੇ ਹਾਂ, ਇਨਸੋਮਨੀਆ ਲਈ ਦਿੰਦੇ ਹਾਂ, ਉਹ ਚੀਜ਼ਾਂ ਨਾਲ ਟ੍ਰਿਪਟੋਫੈਨ ਲੈਵਲ ਵੱਧਦਾ, ਉਹੀ ਫਿਰ ਟ੍ਰਿਪਟੋਫੈਨ ਸੈਰੋਟੋਨਿਨ ਲੈਵਲ ਬ੍ਰੇਨ 'ਚ ਬਣਾਉਂਦਾ, ਡੋਪਾਮਾਈਨ ਦੀ ਕਮੀ ਆ ਜਾਂਦੀ ਹੈ। ਇਸ ਕਰਕੇ ਕਹਿ ਰਹੇ ਹਾਂ ਕਿ ਕਿਸੇ ਨੂੰ ਸਟ੍ਰੈਸ ਹੋਵੇ, ਡਿਪਰੈਸ਼ਨ ਹੋਵੇ, ਕਈ ਵਾਰੀ ਪਾਸਾ ਵੀ ਰਹਿ ਜਾਂਦਾ। ਮਤਲਬ ਕੀ ਹੈ ਕਿ ਕੋਈ ਨਰਵ ਕੋਈ ਕੰਪਰੈਸ ਨਾ ਹੋ ਜੇ ਜ਼ਿਆਦਾ ਚਿੰਤਾ ਨਾਲ। ਚਿੰਤਾ ਇੱਕ ਐਸੀ ਬਿਮਾਰੀ ਹੈ, ਦਿਮਾਗੀ ਬਿਮਾਰੀ ਹੈ। it is a really sometimes very serious ਕਿ lot of people start thinking of suicide। ਸੋ ਪਿਆਰੇ ਦਰਸ਼ਕੋ, ਜੇ ਤੁਸੀਂ ਕਿਸੇ ਕਿਸਮ ਦੀ ਸਟ੍ਰੈਸ ਹੋਵੇ, ਤੁਸੀਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਸਟਾਰਟ ਥਿੰਕਿੰਗ ਪੋਜ਼ਿਟਿਵ। ਯੋਗਾ ਕਰੋ, ਮੈਡੀਟੇਸ਼ਨ ਕਰੋ, ਬਰੀਥ ਇਨ ਬਰੀਥ ਆਊਟ ਕਰੋ, ਲੰਬੇ ਲੰਬੇ ਸਾਹ ਲਓ, ਪ੍ਰਾਣਾਯਾਮ ਕਰੋ, ਅਨੁਲੋਮ ਵਿਲੋਮ ਕਰੋ, ਕਪਾਲਭਾਤੀ ਕਰੋ। ਬਾਕੀ ਕਈ ਵਾਰੀ ਤੁਹਾਡੇ ਆਪਣੇ ਪ੍ਰੇਜ਼। ਫਿਰ ਇਹ ਹੈ ਕਿ ਇਹ ਭੁੱਲ ਜਾਓ ਜਿਸ ਕਾਰਨ ਕਰਕੇ ਤੁਹਾਨੂੰ ਸਟ੍ਰੈਸ ਹੈ, ਉਸ ਸੋਚ ਨੂੰ ਦਿਮਾਗ 'ਚ ਨਾ ਲਿਆਓ। ਸੋਚੋ ਕਿ ਜੋ ਹੁਆ ਸੋ ਅੱਛਾ ਹੁਆ, ਜੋ ਹੋਗਾ ਅੱਛਾ ਹੋਗਾ, ਆਗੇ ਸਭ ਕੁਛ ਅੱਛਾ ਹੀ ਹੋਗਾ। ਮੇਰਾ ਮਤਲਬ ਇਹ ਹੈ ਕਿ ਆਪਣੇ ਆਪ ਵੀ ਤੁਸੀਂ ਸਟ੍ਰੈਸ ਤੋਂ ਬਚ ਸਕਦੇ ਹੋ। ਸਟਾਰਟ ਥਿੰਕਿੰਗ ਪੋਜ਼ਿਟਿਵ, ਪੋਜ਼ਿਟਿਵ ਐਟੀਟਿਊਡ, ਪੋਜ਼ਿਟਿਵ ਥਿੰਕਿੰਗ, ਯੂਫੋਰੀਆ ਮਤਲਬ ਆਪਣੇ ਮਨ ਨੂੰ ਜੋਸ਼ੀਲਾ ਬਣਾ ਲਓ, ਹੌਸਲਾ। ਇਹ ਤੁਹਾਡਾ ਆਪਣਾ ਕੰਮ ਆਉਣਾ, ਉਹਦੇ ਲਈ ਪ੍ਰਾਣਾਯਾਮ ਕੰਮ ਆਏਗਾ। ਨਹੀਂ ਤੇ ਜਿਹੜੇ ਅਸੀਂ ਤੁਹਾਨੂੰ ਇਨਗ੍ਰੈਡੀਐਂਟਸ ਆਯੁਰਵੈਦਿਕ ਤਰੀਕੇ ਫਾਰਮੂਲੇ ਭੇਜਦੇ ਆ, ਬ੍ਰਹਮੀ, ਸ਼ੰਖ ਪੁਸ਼ਪੀ, ਜੜਾਮਾਨਸੀ, ਜੋਤਿਸ਼ਮਤੀ, ਅਸ਼ਵਗੰਧਾ, ਵਿਧੇਨੀਆ, ਸੋਮਨੀਫੈਰਾ, ਕੌਂਚ ਬੀਜ, ਇਹ ਚੀਜ਼ਾਂ ਨਾਲੇ ਤਾਂ ਸਟ੍ਰੈਸ ਲਈ ਠੀਕ, ਨਾਲੇ ਮੈਮਰੀ ਲਈ ਠੀਕ, ਯਾਦਦਾਸ਼ਤ ਵਧਦੀ ਹੈ, ਨਾਲੇ ਬ੍ਰੇਨ ਟੌਨਿਕ, ਨਾਲੇ ਸੈਕਸੁਅਲ ਟੌਨਿਕ। ਮੇਰੀ ਇੱਕ ਸਪੈਸ਼ਲਿਟੀ ਜਿਹੜੀ ਸਾਰੀ ਦੁਨੀਆ 'ਚ ਮਸ਼ਹੂਰੀ ਹੈ ਕਿ ਮੈਂ ਦਵਾਈ ਤੁਹਾਨੂੰ ਜਿਹੜੀ ਵੀ ਦੇਸੀ ਦੇਵਾਂਗਾ ਉਹਨੇ ਮਰਦਾਨਾ ਤਾਕਤ ਵੱਲ ਫਾਇਦਾ ਕਰਨਾ ਹੀ ਕਰਨਾ। ਔਰ ਅੰਗਰੇਜ਼ੀ ਦਵਾਈ ਜਿਹੜੀ ਮਰਜ਼ੀ ਜੇ ਅਸੀਂ ਡਿਪਰੈਸ਼ਨ ਦੀ ਵੀ ਦੇਵਾਂਗੇ ਉਹਨੇ ਮਰਦਾਨਾ ਤਾਕਤ ਦੀ ਕਮਜ਼ੋਰੀ ਕਰਨੀ ਕਰਨੀ। ਭਾਵੇਂ ਅੱਜ ਦਾ ਟੌਪਿਕ ਮਰਦਾਨਾ ਤਾਕਤ ਦਾ ਨਹੀਂ, ਬਟ ਆਈ ਐਮ ਜਸਟ ਟੈਲਿੰਗ ਯੂ ਫॉर योर ਨੌਲੇਜ ਕਿ ਸਟ੍ਰੈਸ ਨਾਲ ਵੀ ਇੰਪੋਟੈਂਸੀ, ਐਂਗਜ਼ਾਇਟੀ ਨਾਲ ਵੀ ਇਨਫਰਟੀਲਿਟੀ, ਸਟੈਰਿਲਿਟੀ ਆਉਂਦੀ ਹੈ। ਖਾਣਾ ਕੀ ਚਾਹੀਦਾ, ਪਰਹੇਜ਼ ਕੀ ਕਰਨੀ ਚਾਹੀਦਾ, ਕਾਰਨ ਕੀ ਹੈ? ਕਾਰਨ ਦੇ ਵਿੱਚ ਮੈਂ ਦੱਸਿਆ ਸੀ ਨਾ ਕਿ ਕਈ ਵਾਰੀ ਪ੍ਰੋਪਰ ਡਾਈਟ ਨਾ ਰਹਿਣੀ, ਡਰੱਗਸ, ਅਲਕੋਹਲ, ਇਹਦੇ ਨਾਲ ਵੀ ਸਟ੍ਰੈਸ ਹੁੰਦੀ ਹੈ। ਜਿੰਨੇ ਵੀ ਨਸ਼ੇ ਹੈ ਉਹ ਉਸ ਕਰਕੇ ਤੁਹਾਨੂੰ ਥੋੜ੍ਹੀ ਦੇਰ ਫਾਇਦਾ ਲੱਗਦਾ, ਲੇਕਿਨ ਐਕਚੁਅਲੀ ਉਹਨਾਂ ਦੇ ਨਾਲ ਵੀ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ ਵੱਧਦੀ ਹੈ। ਠੰਡੀਆਂ ਚੀਜ਼ਾਂ ਤੋਂ ਬਚੋ, ਬੇਹਾ ਖਾਣਾ ਨਾ ਖਾਓ। ਖਾਣਾ ਕੀ ਖਾਣਾ ਚਾਹੀਦਾ? ਲਾਈਟ ਡਾਈਟ, ਸੀਜ਼ਨਲ ਫਰੂਟਸ, ਸੀਜ਼ਨਲ ਵੈਜੀਟੇਬਲਸ,
रात का खाना हल्का और बेहा खाना नहीं खाना। फ्रैश मतलब ग्रीन वैजीटेबल्स, लेंटल सूप, ग्रीन ग्रैम लेंटल सूप। राइस लाइट डाइट, लाइट डाइट राइस आ जाते, अनपॉलिश्ड राइस। मिठा घट, शूगर घट, मतलब ठंडिया चीज़ां घट, जड़ा पानी पीना तो गर्म पीना, खाना खाना तो फ्रैश तो गर्म खाना, और लाइट खाना और टाइमली खाना। फूड्स टू अवॉइड, अवॉइड की करना चाहिए, ਉਹੀ ਚੀਜ਼ਾਂ ਵੀ हैवी डाइट नहीं। जिन्नियां चीज़ां च कैफीन ज़्यादा होंदी है ਉਹਦੇ ਚ कॉफ़ी भी आ गई। अल्कोहल तो बचना है, कॉफीनेटेड जिन्नियां कैफीनेटेड ने, और फिर डेयरी प्रोडक्ट्स, पेस्ट्री, मिल्क प्रोडक्ट्स ज़्यादा अवॉइड करने हैं, डेयरी प्रोडक्ट्स ज़्यादा अवॉइड करने हैं, बेकरी प्रोडक्ट्स ज़्यादा अवॉइड करने हैं। जिन्होंने स्ट्रैस है, एंगजाइटी है, डिप्रैशन है, ज़्यादा हैवी डाइट तो पुराना बेहा नहीं खाना। जिन्ने भी कोल्ड ड्रिंक्स है और आइस कोल्ड वाटर नहीं पीना, खास करके ये चीज़ां कैमिकल्स की कमी लियादियाँ, ब्रेन च उन्हां हारमोन्स की कमी लियादियाँ। स्ट्रैस एंगजाइटी डिप्रैशन तो बचण दे लई देसी फार्मूले साडे को इन्ने स्पैशल ने। किन्नी दुनिया में मैं यंग मुंडियां नूं भेज रहा, और उन्हां दियां मदर्स वगैरह कॉल करके मैंने दसदियाँ। मेरा ख्याल मेरे को लखां पेशेंट्स ने जिहड़े मैं ठीक कीते ने ऑल ओवर अमेरिका एंड कैनेडा, यंग भी ओल्ड भी, जिन्हां दी विचारियां दी मैमरी चल जाती है। और ये अच्छी चीज़ है कि दवाई डिप्रैशन की, दवाई स्ट्रैस की, दवाई एंगजाइटी की, लेकिन फ़ायदा की उहदे नाल तुहाडी जिहड़े हर वेले मैमरी घट, इहदे नाल हुंदा की है, मैमरी घट जाती है, अनफॉरगेटनेस, आदमी नूं याद नहीं रहिंदा, और प्रॉपर टाइम नाल आदमी खांदा नहीं। जदों असीं दवाई तुहानूं दित्ती, जिहड़ा तुहानूं हर वेले एग्जॉस्टिड फील हुंदा है, शरीर मुरझाया जिहा लगदा है, मानसिक, शरीरक और सैक्सुअल, जिहड़ा मैं कहा कमज़ोरी आती है, एंगजाइटी, स्ट्रैस और डिप्रैशन है। लेकिन जदों तुसीं देसी दवाई खांदे हो, आई एम रिपीटिंग दिस ओवर एंड ओवर अगेन, कि जदों तुसीं देसी दवाई स्ट्रैस एंगजाइटी डिप्रैशन की असीं जिहड़ी तुहानूं भेजदे हां, 2-3 चीज़ां हुंदियां उहदे च, बड़ा ईजी है, कैप्सूल गोली फॉर्म की फॉर्म च है। उहदे नाल नाले तां तुहाडी शरीरक ताकत आती है, नाले कई बारी जिहड़ियां दर्दां भी उहदे नाल ठीक हो जांदियां, फिर याददाश्त तुहाडी उहदे नाल वधदी है, स्ट्रैस सदा वास्ते खत्म। जिन्होंने बहुत पुरानी स्ट्रैस एंगजाइटी डिप्रैशन है, भावें वो कुछ महीने लगातार खा लैन, मैं 1 महीने की दवाई भेजदा, वो तुहानूं रिजल्ट मिल जाता। मैं क्यों, कई बार पेशेंट कहते 2 महीने की भेज दो, 3 महीने की भेज दो, डिपेंड्स भी तुहानूं किन्नी क लोड़ है, किन्नी क देर तो स्ट्रैस दे विच है। कोई लोड़ नहीं एंटी डिप्रैसेंट्स लैण दी, कोई लोड़ नहीं नशियां दी। नशा भी, ड्रग्स भी, अल्कोहल भी इहदा एक कारण है। तुसीं ठीक है कई बार इस करके ड्रिंक ज़्यादा करते हो भी पता नहीं नींद आ जाओ, पर उही ड्रिंक तुहाडी शुरू च हैल्प करती है, बाद च उही तुहाडी दुश्मन बन जाती है, उही मर्दाना ताकत की कमज़ोरी कर देंदी है, उहदे करके नींद भी डिस्टर्ब हो जाती है, इनसोमनिया और लॉस ऑफ एपेटाइट, शरीर दियां दर्दां, दिमागी दर्दां, हाइपरटेंशन, ब्लड प्रैशर बढ़ जाता है। और ब्लड प्रैशर तो भी बचना है, स्ट्रैस एंगजाइटी डिप्रैशन तो भी बचना है, लॉस ऑफ मैमरी तो भी बचना है, भुख तो इंप्रूव करनी है, जिहड़ी लॉस ऑफ एपेटाइट होंदी है, जिहड़ी नींद इनसोमनिया डिस्टर्ब होंदी है, वो भी तुहानूं हाँ प्रॉपर नींद आएगी। 8 घंटे नींद आनी बहुत अच्छी होंदी है। ठीक है कईयां नूं नाल कब्ज होंदी है, तुसीं रात नूं भावें त्रिफला ले लो, त्रिफला जूस ले लो, एलोवेरा जूस ले लो। एलोवेरा जूस दे विच भी जिहड़ा मैं नाम लेता सी ट्रिप्टोफैन आटोमैटिकली हुंदी है। वाट आई एम सेइंग, जूसिस लै सकते हो, फ्रूट्स लै सकते हो, वैजीटेबल्स लै सकते हो, आमला लै सकते हो, विटामिन सी भी चंगा। मेरे इन्ने एपीसोड्स मैं दसिया कि विटामिन सी आमले च भी मिलता है। और ये चीज़ां खांदे खांदे तुहाडी दिमागी ताकत, शरीरक ताकत, मानसिक संतुलन बनिया रहिंदा। सो प्यारे दर्शकों, इस तो अलावा आई एम जस्ट गोइंग टू डिक्टेट वन टाइम मोर कि सम पीपल आर वाचिंग फर्स्ट टाइम फॉर देयर नॉलेज कि शरीर की कोई बीमारी होवे, यू आर मोस्ट वेलकम टू गिव मी ए कॉल एंड माई नंबरस आर कंटिन्यूसली फ्लैशिंग ऑन द स्क्रीन। कई बार तुसी कॉल करते हो नहीं मिलती, मैसेज जरूर छड़ दिया करो, नहीं तो तुसी देखो व्हाट्सएप पर अपनी सारी इन्फॉर्मेशन भेज सकते हो,
ਈਮੇਲ ਮੇਰੀ ਦੇਖੋ ਲਗਾਤਾਰ ਸਾਹਮਣੇ ਆ ਰਹੀ ਹੈ, ਤੁਸੀਂ ਆਪਣੀ ਰਿਪੋਰਟ ਈਮੇਲ ਕਰ ਸਕਦੇ ਹੋ। ਕੋਈ ਟਾਈਮਿੰਗ ਦਾ ਗੈਪ ਹੋਵੇ ਤੇ ਤੁਸੀਂ ਉਹਦੇ 'ਚ ਕਈ ਵਾਰੀ ਈਮੇਲ ਕਰਕੇ ਜਾਂ ਫੋਨ ਤੇ ਮੈਸੇਜ ਛੱਡ ਦਿਓ, ਜਾਂ WhatsApp ਤੇ ਵੀ ਮੇਰਾ ਉਹੀ ਨੰਬਰ WhatsApp ਤੇ ਆ, ਤੁਸੀਂ ਕਈ ਵਾਰੀ ਐਡ ਹੀ ਕਰਨਾ ਹੁੰਦਾ। ਇਹ ਦੱਸ ਰਿਹਾ ਵੀ ਇੰਡੀਆ ਵਾਲਿਆਂ ਨੂੰ ਕਈ ਵਾਰੀ ਪ੍ਰੋਬਲਮ ਆਉਂਦੀ ਹੈ ਵੀ ਨੰਬਰ ਨਹੀਂ ਮਿਲਦਾ। ਇਹ ਤਾਂ ਉਹਨਾਂ ਨੂੰ ਪਤਾ ਕਿਹੜੇ ਕੰਟਰੀ 'ਚੋਂ ਆ ਰਹੇ, ਕਿਹੜਾ ਕੋਡ ਲਾਣਾ, ਅਦਰਵਾਈਜ਼ ਸਾਡੇ ਨੰਬਰ ਉਹੀ ਕੰਟੀਨਿਊਸਲੀ ਨੇ। ਸੋ ਪਿਆਰੇ ਦਰਸ਼ਕੋ, ਮੇਰਾ ਖਿਆਲ ਹੈ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਸਾਰੇ ਦੇਖਣ ਵਾਲਿਆਂ ਤੇ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਹੋਇਆ। ਵਨਸ ਅਗੇਨ ਆਈ ਐਮ ਰਿਪੀਟਿੰਗ, ਯੂ ਆਰ ਮੋਸਟ ਵੈਲਕਮ ਟੂ ਗਿਵ ਮੀ ਅ ਕਾਲ। ਸਰੀਰ ਦੀ ਕੋਈ ਬਿਮਾਰੀ ਹੋਵੇ, ਅੱਜ ਦਾ ਟੌਪਿਕ ਸੀ ਚਿੰਤਾ ਫਿਕਰ। ਕਿਉਂ ਸਿਆਣੇ ਐਵੇਂ ਨਹੀਂ ਕਹਿੰਦੇ ਚਿੰਤਾ ਚਿਖਾ ਬਰਾਬਰ ਹੈ। ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ, ਤੁਹਾਡੇ ਸਾਰਿਆਂ ਦਾ ਥੈਂਕ ਯੂ ਕਰਦਾ, ਤੁਹਾਡਾ ਆਪਣਾ ਡਾਕਟਰ ਕੁਮਾਰ। ਥੈਂਕ ਯੂ। ਦੁਨੀਆ ਵਿੱਚ ਹਰ ਪਲ ਕਿਤੇ ਨਾ ਕਿਤੇ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਅਸੀਂ ਰਿਸ਼ਵਤ ਦੇ ਕੇ ਕੰਮ ਕਰਾਉਣਾ ਠੀਕ ਸਮਝਦੇ ਹਾਂ। ਅਸੀਂ ਚੋਣਾਂ ਸਮੇਂ ਅੱਖਾਂ ਬੰਦ ਕਰਕੇ ਲੀਡਰ ਚੁਣਦੇ ਹਾਂ। ਲੋਕ ਵਿਰੋਧੀ ਕਾਨੂੰਨ ਬਣ ਜਾਂਦੇ ਹਨ, ਪਰ ਅਸੀਂ ਬੇਖਬਰ ਹੁੰਦੇ ਹਾਂ। ਦੰਗੇ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਸਕੈਂਡਲ ਹੁੰਦੇ ਨੇ, ਲੋਕਤੰਤਰ ਵਿਲਕਣ ਲੱਗਦਾ ਏ। ਚਲੰਤ ਮੁੱਦਿਆਂ ਦੀ ਤਹਿ ਤੱਕ ਜਾਇਆ ਕਰਾਂਗੇ, ਸੁੱਤਿਆਂ ਨੂੰ ਜਗਾਇਆ ਕਰਾਂਗੇ, ਝੂਠਿਆਂ ਨੂੰ ਭਜਾਇਆ ਕਰਾਂਗੇ। ਵੇਖੋ ਸਾਡਾ ਖਾਸ ਪ੍ਰੋਗਰਾਮ ਚਰਚਾ ਗਲੀ ਗਲੀ ਹਰ ਬੁੱਧਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।